ਤੁਸੀਂ ਕਹਿ ਰਹੇ ਹੋ ਕਿ ਧਾਰਮਿਕ ਸਥਾਨ ਖੋਲ੍ਹੇ ਜਾਣ, ਪਰ ਮਾਮਲੇ ਤਾਂ ਲਗਾਤਾਰ ਜਿਹੜੇ ਸਾਡੇ ਮੁਲਕ ਦੇ ਵਿੱਚ ਵੱਧ ਰਹੇ ਨੇ। ਅਜਿਹੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬਹੁਤ ਵੱਡਾ ਇੱਕ ਰਿਸਕ ਕ੍ਰੀਏਟ ਕਰ ਰਹੇ ਹੋ? ਇਹ ਸਵਾਲ ਮੇਰੇ ਤੋਂ ਜ਼ਿਆਦਾ ਅਗਰ ਆਪਾਂ ਸਰਕਾਰ ਤੋਂ ਪੁੱਛੀਏ ਕਿ ਜਦੋਂ 500 ਕੇਸ ਸੀਗੇ ਇੰਡੀਆ ਦੇ ਵਿੱਚ, ਉਸ ਟਾਈਮ ਤੁਸੀਂ ਬਾਹਰ ਅਗਰ ਕੋਈ ਬੰਦਾ ਵਿਚਾਰਾ ਆਪਣਾ ਦੁੱਧ ਲੈਣ ਜਾਂ ਰਾਸ਼ਨ ਲੈਣ ਵੀ ਨਿਕਲਦਾ ਸੀਗਾ, ਤੁਸੀਂ ਉਹਨੂੰ ਕੁੱਟ ਕੇ ਵੀਡੀਓ ਤੁਸੀਂ ਪਾ ਰਹੇ ਸੀਗੇ ਉਸ ਟਾਈਮ। ਔਰ ਅੱਜ ਜਦੋਂ 1 ਲੱਖ ਕੇਸ ਹੋ ਗਿਆ ਤਾਂ ਤੁਸੀਂ ਸਾਰਾ ਕੁਝ ਓਪਨ ਕਰਤਾ। ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਵੀ ਮੈਨੇ ਸੁਣੀ ਹੈ ਜਿਹੜੀ ਵਾਈਟ ਸੀਗੀ, ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਗੁਰਦੁਆਰਾ ਸਾਹਿਬ ਨੂੰ ਓਪਨ ਕੀਤਾ ਜਾਵੇ। ਹੋਰ ਵੀ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਈਦ ਦੀ ਨਮਾਜ਼ ਪੜ੍ਹਨ ਅਦਾ ਕਰਨ ਦਾ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇ, ਤੇ ਫਿਰ ਤੁਹਾਡੇ ਤੇ ਮੋਹਰ ਲੱਗ ਜਾਣੀ ਵੀ ਤੁਸੀਂ ਤੇ ਕੱਟੜ ਬਹੁਤ ਹੋ, ਮੰਨਦੇ ਹੀ ਨਹੀਂ। ਇੰਡਸਟਰੀਆਂ ਸਾਡੀਆਂ ਖੁੱਲ੍ਹ ਚੁੱਕੀਆਂ ਨੇ, ਅਸੀਂ ਠੀਕ ਹੈ ਕਾਰੋਬਾਰ ਕਰ ਰਹੇ ਹਾਂ, ਆਪਣੇ ਮਾਰਕੀਟਾਂ ਸਬਜ਼ੀਆਂ ਖਰੀਦ ਰਹੇ ਹਾਂ, ਅਸੀਂ ਸਾਰਾ ਕੁਝ ਜਾ ਰਹੇ ਹਾਂ, ਠੀਕ ਹੈ ਪਬਲਿਕ ਟਰਾਂਸਪੋਰਟ, ਟ੍ਰੇਨਾਂ, ਬੱਸਾਂ ਸਾਰਾ ਕੁਝ ਓਪਨ ਹੈ। ਤਾਂ ਸਿਰਫ ਕੀ ਹੁਣ ਅਸੀਂ ਆਪਣੇ ਆਪ ਨੂੰ ਧੋਖਾ ਦੇ ਕੇ ਕਿ ਇਕੱਲੇ ਮਸਜਿਦਾਂ ਦੇ ਵਿੱਚ ਜਾਣ ਨਾਲ ਜਾਂ ਮੰਦਿਰਾਂ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਨਾਲ ਹੀ, ਤਾਂ ਫਿਰ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਨਾ। ਪਹਿਲੀ ਵਾਰੀ ਹੋਇਆ ਵੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਰੱਬ ਤੋਂ ਮਾफ़ी ਮੰਗੀਏ, ਠੀਕ ਹੈ, ਅਸੀਂ ਰੱਬ ਤੋਂ ਤੌਬਾ ਕਰੀਏ ਕਿ ਅੱਲਾ ਵੀ ਕੀ ਐਸੇ ਸਾਡੇ ਤੋਂ ਗੁਨਾਹ ਹੋ ਗਏ, ਇਨਸਾਨੀਅਤ ਤੋਂ ਲੋਕਾਂ ਤੋਂ ਕੀ ਐਸੇ ਗੁਨਾਹ ਹੋ ਗਏ ਵੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਲਓ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਪੰਜਾਬ ਦੇ ਵਿੱਚ ਕਰਫਿਊ ਤੇ ਲੋਕਡਾਊਨ ਤੋਂ ਬਾਅਦ ਵਿਸ਼ੇਸ਼ ਹਦਾਇਤਾਂ ਦੇ ਨਾਲ ਦੁਕਾਨਾਂ, ਮਾਰਕੀਟਾਂ, ਟਰਾਂਸਪੋਰਟੇਸ਼ਨ, ਰੇਲ ਗੱਡੀਆਂ, ਹਰੇਕ ਆਵਾਜਾਈ ਲਗਭਗ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਹੈ। ਪਰ ਅਜਿਹੇ ਦੇ ਵਿੱਚ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਅਜੇ ਵੀ ਜਿਹੜੀ ਪਾਬੰਦੀ ਹੈ ਉਹ ਲਗਾਈ ਗਈ ਹੈ। ਅਸੀਂ ਅੱਜ ਪਹੁੰਚੇ ਹਾਂ ਮਲੇਰਕੋਟਲੇ, ਜਿੱਥੇ ਇੱਕ ਮੁਸਲਿਮ ਵੀਰ ਮੁਬੀਨ ਫਾਰੂਕੀ ਨੇ ਕਿਹਾ ਹੈ ਕਿ ਹੁਣ ਉਹ ਵੇਲਾ ਆ ਗਿਆ ਹੈ ਜਦੋਂ ਗੁਰਦੁਆਰੇ, ਮੰਦਿਰ ਅਤੇ ਮਸਜਿਦਾਂ ਖੋਲ੍ਹੀਆਂ ਜਾਣ। ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਨੇ ਰਮਜ਼ਾਨ ਸ਼ਰੀਫ ਦੇ ਜਿਹੜਾ ਪਾਕ ਪਵਿੱਤਰ ਮਹੀਨਾ ਹੈ ਜਾਂ ਉਸ ਦੇ ਵਿੱਚ ਮਨਾਏ ਜਾਣ ਵਾਲੇ ਸ਼ੁੱਕਰਵਾਰ ਦੇ ਜੁਮੇ ਦੀ ਨਮਾਜ਼ ਹੈ, ਉਸ ਨੂੰ ਵੀ ਮੁਲਕ ਨੂੰ ਧਿਆਨ ਦੇ ਵਿੱਚ ਰੱਖਦਿਆਂ, ਭਾਈਚਾਰੇ ਨੂੰ, ਸਮਾਜ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹ ਵੀ ਅਦਾ ਨਹੀਂ ਕੀਤਾ। ਅਜੇ ਇਹਦੇ ਵਿੱਚ ਹੁਣ ਇੱਕ ਦਿਨ ਦੇ ਲਈ ਜਿਹੜਾ ਮੁਸਲਮਾਨਾਂ ਨੂੰ ਖਾਸ ਕਰਕੇ ਈਦ ਦੀ ਨਮਾਜ਼ ਸੋਸ਼ਲ ਡਿਸਟੈਂਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਔਰ ਹੋਰ ਧਾਰਮਿਕ ਸਥਾਨ ਵੀ ਜਿਹੜੇ ਉਹ ਖੋਲ੍ਹੇ ਜਾਣ ਦੀ ਹਿਮਾਇਤ ਕਰ ਰਹੇ ਨੇ। ਮੁਬੀਨ ਸਾਹਿਬ, ਪਹਿਲਾ ਸਵਾਲ ਤਾਂ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਧਾਰਮਿਕ ਸਥਾਨ ਖੋਲ੍ਹੇ ਜਾਣ, ਪਰ ਮਾਮਲੇ ਤਾਂ ਲਗਾਤਾਰ ਜਿਹੜੇ ਸਾਡੇ ਮੁਲਕ ਦੇ ਵਿੱਚ ਵੱਧ ਰਹੇ ਨੇ। ਅਜਿਹੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬਹੁਤ ਵੱਡਾ ਇੱਕ ਰਿਸਕ ਕ੍ਰੀਏਟ ਕਰ ਰਹੇ ਹੋ? ਸਰ, ਇਹ ਸਵਾਲ ਮੇਰੇ ਤੋਂ ਜ਼ਿਆਦਾ ਅਗਰ ਆਪਾਂ ਸਰਕਾਰ ਤੋਂ ਪੁੱਛੀਏ ਕਿ ਜਦੋਂ 500 ਕੇਸ ਸੀਗੇ ਇੰਡੀਆ ਦੇ ਵਿੱਚ, ਉਸ ਟਾਈਮ ਤੁਸੀਂ ਬਾਹਰ ਅਗਰ ਕੋਈ ਬੰਦਾ ਵਿਚਾਰਾ ਆਪਣਾ ਦੁੱਧ ਲੈਣ ਜਾਂ ਰਾਸ਼ਨ ਲੈਣ ਵੀ ਨਿਕਲਦਾ ਸੀਗਾ, ਤੁਸੀਂ ਉਹਨੂੰ ਕੁੱਟ ਕੇ ਵੀਡੀਓ ਤੁਸੀਂ ਪਾ ਰਹੇ ਸੀਗੇ ਉਸ ਟਾਈਮ। ਔਰ ਅੱਜ ਜਦੋਂ 1 ਲੱਖ ਕੇਸ ਹੋ ਗਿਆ ਤਾਂ ਤੁਸੀਂ ਸਾਰਾ ਕੁਝ ਓਪਨ ਕਰਤਾ। ਕਈ ਕੰਟਰੀਜ਼ ਦਾ ਜੋ ਮੈਨੇ ਪੜ੍ਹਿਆ ਕਿ ਉਹਨਾਂ ਨੇ ਲੋਕਡਾਊਨ ਖੋਲ੍ਹ ਦਿੱਤੇ, ਉਹਨਾਂ ਨੇ ਇਹ ਗੱਲ ਤਸਲੀਮ ਕਰ ਲਈ, ਮੰਨ ਲਈ ਕਿ ਸਾਨੂੰ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਕਰੋਨਾ ਦੇ ਨਾਲ ਹੀ ਗੁਜ਼ਾਰਨੀ ਪਏਗੀ। ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਇਕੋਨਮੀ ਨਹੀਂ ਡੁੱਬਣੀ ਹੈਗੀ, ਇਸ ਲਈ ਕੰਮ ਕਰੋ। ਉਹਨਾਂ ਨੇ ਆਪਣੇ ਜੋ ਉਹਨਾਂ ਦੀਆਂ ਗਾਈਡਲਾਈਨਸ ਸੀਗੀਆਂ, ਇੰਸਟਰਕਸ਼ਨ ਸੀਗੀਆਂ, ਉਹ ਦੇ ਕੇ ਆਪਣੀ ਪਬਲਿਕ ਨੂੰ ਉਹਨਾਂ ਨੂੰ ਕੰਮਾਂ ਕਾਰਾਂ 'ਤੇ ਭੇਜਤਾ। ਉਹਦੇ 'ਤੇ ਚਾਹੇ ਉਹ ਮਾਸਕ ਲਗਾ ਕੇ ਜਾਂ ਗਲਵਜ਼ ਪਾ ਕੇ ਜਾਂ ਵਟਐਵਰ ਕੁਝ ਵੀ ਜੋ ਵੀ ਉਹਨਾਂ ਦੇ ਸੀਗੇ। ਪਰ ਉੱਥੇ ਜਿਹੜੇ ਹਾਲਾਤ ਨੇ, ਤੁਸੀਂ ਜਿਹੜੇ ਮੁਲਕਾਂ ਦੀ ਗੱਲ ਕਰ ਰਹੇ ਹੋ, ਉੱਥੇ ਜਿਹੜੀ ਲਿਟਰੇਸੀ ਰੇਟ ਹੈ ਉਹ ਕਿਤੇ ਜ਼ਿਆਦਾ ਹਾਈ ਹੈ, ਪਰ ਇੱਥੇ ਕੰਪੈਰੀਟਿਵਲੀ ਉਹ ਹਾਲਾਤ ਨਹੀਂ ਨੇ। ਮੈਂ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਮਗਰ ਇਹ ਗੱਲ ਦਾ ਮੈਂ ਕਹਿੰਦਾ ਸਵਾਲ ਇਹ ਆਪਣੇ ਤੋਂ ਜ਼ਿਆਦਾ ਇਹ ਸਰਕਾਰ ਦਾ ਬਣਦਾ। ਅਗਰ ਤੁਸੀਂ, ਮੇਰਾ ਤਾਂ ਇੰਨਾ ਸਿਰਫ ਸਵਾਲ ਹੈ ਕਿ ਅਗਰ ਤੁਸੀਂ ਮੰਨ ਲਓ ਤੁਸੀਂ ਘੁੱਟਣੇ ਨਹੀਂ ਟਿੱਕੇ ਆਪਾਂ ਨੇ ਕਰੋਨਾ ਦੇ ਅੱਗੇ, ਨਹੀਂ ਇੱਕ ਤਰ੍ਹਾਂ ਦਾ ਅਸੀਂ ਮੰਨ ਲਿਆ, ਦੇਖੋ ਅਸੀਂ ਲੋਕਡਾਊਨ ਕਰਕੇ ਦੇਖ ਲਿਆ, ਉਹਦਾ ਕੀ ਰਿਜ਼ਲਟ ਨਿਕਲਿਆ ਕਿ ਉਸ ਤੋਂ ਜ਼ਿਆਦਾ ਮੈਂ ਕਹਿੰਦਾ ਜਿੰਨੇ ਲੋਕ ਕਰੋਨਾ ਨਾਲ ਨਹੀਂ ਮਰੇ ਹੈਗੇ, ਉਸ ਤੋਂ ਜ਼ਿਆਦਾ ਲੋਕ ਭੁੱਖਮਰੀ ਨਾਲ ਜਾਂ ਲੋਕ ਵਿਚਾਰੇ ਸੁਸਾਈਡ ਕਰ ਗਏ। ਠੀਕ ਹੈ, ਕਿਉਂਕਿ ਉਹਦਾ ਰੀਜ਼ਨ ਕੀ ਸੀਗਾ ਕਿ ਅਸੀਂ ਇੰਨੀ ਦੇਰ ਤੱਕ ਲੋਕਡਾਊਨ ਜਾਂ ਕਰਫਿਊ ਨਹੀਂ ਲਗਾ ਸਕਦੇ ਕਿਉਂਕਿ ਗਰੀਬ ਲੋਕ ਇੱਥੇ, ਜਿਹੜੀ ਜ਼ਿਆਦਾਤਰ ਪਾਪੂਲੇਸ਼ਨ ਹੈ ਗਰੀਬ ਹੈ, ਹੈਂਡ ਟੂ ਮਾਊਥ ਨੇ, ਕਮਾ ਕੇ ਖਾਣ ਵਾਲੇ ਨੇ, ਔਰ ਅਗਰ ਕੰਮ ਨਹੀਂ ਕਰਨਗੇ ਤਾਂ ਉਹ ਭੁੱਖ ਨਾਲ ਹੀ ਵਿਚਾਰੇ ਉਹਨਾਂ ਨੂੰ ਰਹਿਣਾ ਪਏਗਾ। ਤਾਂ ਮੇਰਾ ਤਾਂ ਸਿੱਧਾ ਜਿਹਾ ਇਹੀ ਸਵਾਲ ਸੀਗਾ ਕਿ ਅਗਰ ਅਸੀਂ
ਉਹਨਾਂ ਵਾਸਤੇ ਸਾਰੀ ਯਾਨੀ ਕਿ ਸਾਰੀ ਪਬਲਿਕ ਵਾਸਤੇ ਸਾਰਾ ਕੁਝ ਹੋਰ ਪਬਲਿਕ ਟਰਾਂਸਪੋਰਟ ਵਗੈਰਾ ਇੰਡਸਟਰੀ ਵਗੈਰਾ ਉਹਨਾਂ ਦੇ ਕਾਰੋਬਾਰ ਵਗੈਰਾ ਖੋਲ੍ਹ ਰਹੇ ਹਾਂ ਤਾਂ ਸਿਰਫ ਕੀ ਧਾਰਮਿਕ ਸਥਾਨਾਂ ਦੇ ਉੱਪਰ ਜਾਣ ਨਾਲ ਹੀ ਸਾਨੂੰ ਕਰੋਨਾ ਹੋਏਗਾ? ਸਿਰਫ ਸਾਡੀ ਇੰਨੀ ਕੁ ਹੋ ਸੀਗੀ ਕਿ ਸਿਰਫ ਵੀ ਕਰੋਨਾ ਸਿਰਫ ਧਾਰਮਿਕ ਸਥਲਾਂ ਦੇ ਉੱਪਰ ਹੀ ਜਾਂਦਾ। ਅਗਰ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਇਹ ਹੁਣ ਸਰਕਾਰ ਤੋਂ ਪੁੱਛਣਾ ਪਊਗਾ ਆਪਾਂ ਨੂੰ ਵੀ ਕੀ ਸੋਚ ਕੇ ਉਹਨਾਂ ਨੇ ਜਦੋਂ 500 ਕੇਸ ਸੀਗਾ ਤਾਂ ਸਵਾਲ ਉਹਨਾਂ ਦਾ ਬਣਦਾ ਨਾ ਉਹਨਾਂ ਨੂੰ ਕਰਨਾ। ਉਸ ਟਾਈਮ ਤਾਂ ਤੁਸੀਂ ਲਾਕਡਾਊਨ ਕਰਤਾ, ਕਿਸੇ ਨੂੰ ਬਾਹਰ ਵੀ ਨਹੀਂ ਨਿਕਲਣ ਦਿੰਦੇ ਸੀਗੇ। ਹੁਣ 1 ਲੱਖ ਕੇਸ ਹੋ ਗਿਆ, ਤੁਸੀਂ ਸਾਰਾ ਕੁਝ ਓਪਨ ਕਰਤਾ। ਤਾਂ ਇਹਦਾ ਸਿੱਧਾ ਮਤਲਬ ਕੀ ਹੈ ਕਿ ਤੁਸੀਂ ਇਹ ਚਾਹੁੰਦੇ ਆਪਾਂ ਕਿ ਹਾਂ ਆਉਣ ਵਾਲੇ, ਅਸੀਂ ਵੀ ਇਹ ਮੰਨ ਰਹੇ ਹਾਂ ਵੀ ਆਉਣ ਵਾਲੀ ਜ਼ਿੰਦਗੀ ਹੋ ਸਕਦਾ ਸਾਨੂੰ ਇਸ ਬਿਮਾਰੀ ਦੇ ਨਾਲ ਹੀ ਅਗਲੀ ਜ਼ਿੰਦਗੀ ਜੀਣੀ ਪਵੇ। ਤਾਂ ਅਗਰ ਜੇ ਹੁਣ ਇਹ ਅਸੀਂ ਮੰਨ ਹੀ ਚੁੱਕੇ ਹਾਂ, ਜੇ ਸਾਰੀਆਂ ਚੀਜ਼ਾਂ ਅਸੀਂ ਖੋਲ੍ਹ ਹੀ ਦਿੱਤੀਆਂ ਤਾਂ ਧਾਰਮਿਕ ਸਥਲਾਂ ਦੇ ਉੱਪਰ ਬਈ ਕੀ ਸਾਨੂੰ ਓਬਜੈਕਸ਼ਨ ਹੈ? ਉੱਥੇ ਲੋਕ ਤਾਂ ਜੁੜਨਾ ਚਾਹੁੰਦੇ ਨੇ ਆਪਣੇ ਰੱਬ ਨਾਲ ਕਿ ਅਸੀਂ ਆਪਣੇ ਰੱਬ ਨਾਲ ਜੁੜੀਏ, ਉਹਦੇ ਕੋਲੋਂ ਮੰਗੀਏ ਕਿ ਇਸ ਮਹਾਮਾਰੀ ਨੂੰ ਦੂਰ ਕੀਤਾ ਜਾਵੇ। ਔਰ ਸਭ ਤੋਂ ਵੱਡੀ ਗੱਲ, ਜਿਸ ਟਾਈਮ ਇਹ ਮਹਾਮਾਰੀ ਚੱਲ ਰਹੀ, ਜਿਸ ਟਾਈਮ ਸਰਕਾਰ ਵੀ ਇੱਕ ਤਰ੍ਹਾਂ ਤਾਂ ਰਾਸ਼ਨ, ਜਿਸ ਟਾਈਮ ਗਰੀਬ ਲੋਕ ਵਿਚਾਰੇ ਭੁੱਖ ਨਾਲ ਤੜਪ ਰਹੇ ਸੀਗੇ, ਉਸ ਟਾਈਮ ਫਿਰ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਜਾਂ ਜਿਹੜੇ ਐਸੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅੱਗੇ ਆਈਆਂ ਜਿਨ੍ਹਾਂ ਨੇ ਲੋਕਾਂ ਨੂੰ ਰਾਸ਼ਨ ਵੰਡਿਆ, ਤਾਂ ਉਹ ਕੌਣ ਨੇ ਲੋਕ? ਉਹ ਵੀ ਧਾਰਮਿਕ ਲੋਕ ਹੀ ਨੇ ਜਿਨ੍ਹਾਂ ਨੇ, ਹੁਣ ਦੱਸੋ ਕੋਈ ਚੈਰਿਟੀ ਹੈ ਜਿਹੜੀ ਬੰਦਾ ਕਰਦਾ ਉਹ ਕੀ ਸੋਚ ਕੇ ਕਰਦਾ? ਕਿਸੇ ਨੂੰ ਭੁੱਖੇ ਨੂੰ ਖਾਣਾ ਖਿਲਾਉਂਦਾ ਉਹ ਕੀ ਸੋਚ ਕੇ ਖਿਲਾਉਂਦਾ ਕਿ ਮੈਂ ਅਗਰ ਅੱਜ ਹੁਣ ਕਿਸੇ ਭੁੱਖੇ ਦੀ ਮਦਦ ਕਰੂੰਗਾ, ਉਹਨੂੰ ਖਾਣਾ ਖਿਲਾਊਂਗਾ, ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰੂੰਗਾ ਤਾਂ ਰੱਬ ਮੈਨੂੰ ਇਹਦਾ ਅਜਰ ਮੇਰੇ ਮਰਨ ਤੋਂ ਬਾਅਦ ਮੈਨੂੰ, ਹਰ ਬੰਦਾ ਕੋਈ ਕਹਿੰਦਾ ਜੰਨਤ ਮਿਲੂ, ਕੋਈ ਕਹਿੰਦਾ ਸਵਰਗ ਮਿਲੂਗਾ। ਉਹਦੀ ਨੀਅਤ ਇਸ ਤਰੀਕੇ ਦੀ ਹੁੰਦੀ ਹੈ ਕਿ ਮੈਂ ਅਗਰ ਪੁੰਨ ਕਰੂੰਗਾ ਤਾਂ ਮੇਰੇ ਦੁਨੀਆ ਦੇ ਵਿੱਚ ਵੀ ਰੱਬ ਮੈਨੂੰ ਦਊਗਾ ਔਰ ਮਰਨ ਤੋਂ ਬਾਅਦ ਵੀ ਮੈਨੂੰ ਦਊਗਾ। ਇਹ ਧਾਰਮਿਕ ਗੱਲ ਹੈ। ਅਗਰ ਅਸੀਂ ਹੁਣ ਠੀਕ ਹੈ, ਇੱਕ ਧਰਮ ਹੈ ਜਿਹੜਾ ਉਹ ਇਨਸਾਨ ਨੂੰ ਇਨਸਾਨ ਬਣਾਉਂਦਾ, ਇਨਸਾਨੀਅਤ ਜ਼ਿੰਦਾ ਕਰਦਾ ਸਾਡੇ ਅੰਦਰ। ਹਰ ਧਰਮ ਕਹਿੰਦਾ ਵੀ ਤੁਸੀਂ ਗਰੀਬ ਦੀ ਮਦਦ ਕਰੋ, ਹਰ ਧਰਮ ਕਹਿੰਦਾ ਵੀ ਤੁਸੀਂ ਦਬੇ ਕੁਚਲਿਆਂ ਨੂੰ ਉੱਪਰ ਚੱਕੋ, ਠੀਕ ਹੈ। ਤਾਂ ਇਹਦਾ ਮਤਲਬ ਕਿ ਧਰਮ ਇੱਕ ਚੰਗੀ ਚੀਜ਼ ਹੈ। ਪਰ ਜਿਹੜੇ ਇਹ ਗੱਲ ਤੁਸੀਂ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਈਦ ਦੀ ਨਮਾਜ਼ ਪੜ੍ਹਨ ਅਦਾ ਕਰਨ ਦਾ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇ, ਤੇ ਫਿਰ ਤੁਹਾਡੇ ਤੇ ਮੋਹਰ ਲੱਗ ਜਾਣੀ ਵੀ ਤੁਸੀਂ ਤੇ ਕੱਟੜ ਬਹੁਤ ਹੋ, ਮੰਨਦੇ ਹੀ ਨਹੀਂ। ਦੇਖੋ, ਅਗਰ ਇੱਕ ਸਿੱਖ ਅਗਰ ਗੁਰਦੁਆਰੇ ਦੇ ਵਿੱਚ ਜਾ ਕੇ ਪਾਠ ਕਰਨਾ ਚਾਹੁੰਦਾ, ਅਗਰ ਉਹਨੂੰ ਕੋਈ ਕਹਿੰਦਾ ਵੀ ਕੱਟੜ ਹੈ ਤਾਂ ਉਹਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਹਾਂਜੀ ਅਗਰ ਮੈਨੂੰ ਕੋਈ ਕੱਟੜ ਕਹਿੰਦਾ ਤਾਂ ਕੱਟੜ ਹੈ। ਅਗਰ ਮੈਂ ਆਪਣੀ ਮਸਜਿਦ ਜਾ ਕੇ ਨਮਾਜ਼ ਅਦਾ ਕਰਨੀ ਚਾਹੁੰਦਾ ਜਿੱਥੇ ਸਾਰਾ ਕੁਝ ਓਪਨ ਹੋ ਚੁੱਕਿਆ, ਮੇਰੀ ਅੱਖਾਂ ਦੇ ਸਾਹਮਣੇ, ਆਪਾਂ ਸੱਚਾਈ ਨੂੰ ਨਹੀਂ ਨਾ ਝੁਠਲਾ। ਜਿਸ ਟਾਈਮ ਲਾਕਡਾਊਨ ਸੀਗਾ ਉਸ ਟਾਈਮ ਅਗਰ ਅਸੀਂ ਇਹ ਗੱਲਾਂ ਕਹਿੰਦੇ ਤਾਂ ਹੋਰ ਗੱਲ ਸੀਗੀ ਕਿ ਹਾਂ ਜੀ ਵੀ ਇਹ ਬਹੁਤ ਕੱਟੜ ਨੇ ਜੀ। ਹੁਣ ਜਦੋਂ ਅਸੀਂ ਬਾਜ਼ਾਰਾਂ 'ਚ ਫਿਰ ਰਹੇ ਹਾਂ, ਘੁੰਮਦੇ, ਅਸੀਂ ਇੰਡਸਟਰੀਆਂ ਸਾਡੀਆਂ ਖੁੱਲ੍ਹ ਚੁੱਕੀਆਂ ਨੇ, ਅਸੀਂ ਠੀਕ ਹੈ ਕਾਰੋਬਾਰ ਕਰ ਰਹੇ ਹਾਂ, ਆਪਣੇ ਮਾਰਕੀਟਾਂ ਸਬਜ਼ੀਆਂ ਖਰੀਦ ਰਹੇ ਹਾਂ, ਅਸੀਂ ਸਾਰਾ ਕੁਝ ਜਾ ਰਹੇ ਹਾਂ, ਠੀਕ ਹੈ, ਪਬਲਿਕ ਟਰਾਂਸਪੋਰਟ, ਟ੍ਰੇਨਾਂ, ਬੱਸਾਂ, ਸਾਰਾ ਕੁਝ ਓਪਨ ਹੈ। ਤਾਂ ਸਿਰਫ ਕੀ ਹੁਣ ਅਸੀਂ ਆਪਣੇ ਆਪ ਨੂੰ ਧੋਖਾ ਦੇ ਕੇ ਕਿ ਇਕੱਲੇ ਮਸਜਿਦਾਂ ਦੇ ਵਿੱਚ ਜਾਣ ਨਾਲ ਜਾਂ ਮੰਦਿਰਾਂ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਨਾਲ ਹੀ, ਇਹ ਤਾਂ ਫਿਰ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਨਾ। ਅੱਖੀ ਦੇਖ ਕੇ ਸਾਰਾ ਕੁਝ, ਜਾਂ ਤਾਂ ਕੁਝ ਹੋਵੇ ਨਾ, ਜਾਂ ਤਾਂ ਕੁਝ ਓਪਨ ਨਾ ਹੋਵੇ। ਜਿਵੇਂ ਹੁਣ ਧਾਰਮਿਕ ਸਥਾਨਾਂ ਤੇ ਮੁਬੀਨ ਸਾਹਿਬ, ਧਾਰਮਿਕ ਸਥਾਨਾਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਰਿਸਕ ਜ਼ਿਆਦਾ ਹੋਏਗਾ? ਨਹੀਂ, ਬਿਲਕੁਲ ਵੀ ਨਹੀਂ। ਕਿਉਂ? ਮਾਰਕੀਟ ਦੇ ਵਿੱਚ ਰਿਸਕ ਹੈ ਨਹੀਂ। ਪਬਲਿਕ ਟਰਾਂਸਪੋਰਟ ਤੇ ਜਿੱਥੇ ਬੰਦੇ ਜਾ ਕੇ ਕਿਸੇ ਬੱਸ ਦੇ ਵਿੱਚ ਚੜ੍ਹਦੇ ਨੇ, ਅਗਰ ਕੋਈ ਕਰੋਨਾ ਇਫੈਕਟਡ ਬੰਦਾ, ਅਗਰ ਉਹਦਾ ਕਿਤੇ ਹੱਥ ਲੱਗ ਗਿਆ ਜਾਂ ਉਹਨੂੰ ਖਾਂਸੀ ਹੋ ਗਈ ਜਾਂ ਕਿਤੇ ਉੱਥੇ ਤਾਂ ਚੈਕਿੰਗ ਹੁੰਦੀ ਹੈ ਨਾ, ਪਹਿਲਾਂ ਤੁਹਾਡਾ ਫੀਵਰ ਚੈੱਕ। ਸਰ, ਇੱਥੇ ਵੀ ਮੈਨੇ ਤਾਂ ਇਹੀ ਗੱਲ ਕਹੀ ਹੈ ਵੀ ਤੁਸੀਂ ਆਪਣੀ ਗਾਈਡਲਾਈਨਸ ਜਾਰੀ ਕਰੋ, ਬਕਾਇਦਾ ਉੱਥੇ ਚੈਕਿੰਗ ਕਰਕੇ, ਠੀਕ ਹੈ, ਫੇਰ ਹੀ ਬੰਦੇ ਨੂੰ ਅੰਦਰ ਜਾਣ ਦਿਓ। ਇਹ ਤਾਂ ਦੇਖੋ ਜੋ ਪ੍ਰੀਕਾਸ਼ਨਸ ਨੇ, ਇਹ ਤਾਂ ਉੱਥੇ ਵੀ ਧਾਰਮਿਕ ਸਥਾਨਾਂ ਦੇ ਉੱਪਰ ਵੀ ਬੰਦੇ ਲੈ ਸਕਦੇ ਨੇ, ਉੱਥੇ ਵੀ ਸੈਨੀਟਾਈਜ਼ ਕਰਕੇ, ਉੱਥੇ ਤੁਸੀਂ ਗਲਵਜ਼ ਪਾ ਕੇ, ਉੱਥੇ ਪ੍ਰੋਪਰ ਤੁਸੀਂ ਕਿੱਟ ਪਾ ਕੇ, ਠੀਕ ਹੈ, ਵਟਐਵਰ ਜੋ ਵੀ ਰੂਲਸ ਹੋਣਗੇ ਉਹਦੇ, ਠੀਕ ਹੈ, ਜੋ ਵੀ ਕੰਡੀਸ਼ਨਸ ਅਪਲਾਈ ਹੋਣਗੀਆਂ ਉਹਦੇ 'ਤੇ, ਲੋਕ ਜਿਹੜਾ ਚਾਹੁੰਦਾ ਬੰਦਾ ਵਿਲਿੰਗਲੀ, ਜਿਹੜਾ ਬੰਦਾ ਨਹੀਂ ਬੰਦਾ ਕਹਿੰਦਾ ਯਾਰ ਵੀ ਮੈਂ ਇੰਨਾ ਕੁਝ ਨਹੀਂ ਕਰ ਸਕਦਾ, ਉਹ ਨਾ ਜਾਵੇ। ਜਿਹੜਾ ਬੰਦਾ ਚਾਹੁੰਦਾ ਵਿਲਿੰਗਲੀ ਕਿ ਹਾਂ ਮੈਂ ਆਪਣੇ ਰੱਬ ਤੋਂ ਅਰਦਾਸ ਕਰਨੀ ਹੈ, ਔਰ ਉਹ ਬੰਦੇ ਨੂੰ ਅਗਰ ਉਹ ਗਲਵਜ਼ ਲੈ ਸਕਦਾ, ਮਾਸਕ ਪਾ ਸਕਦਾ ਜਾਂ ਕੁਝ ਵੀ ਵਟਐਵਰ ਕਿੱਟ ਅਗਰ ਕਹਿੰਦੇ ਨੇ ਤਾਂ ਉਹ ਲੈ ਸਕਦਾ, ਅਗਰ ਜਾ ਕੇ ਉਸ ਤਰੀਕੇ ਨਾਲ ਪ੍ਰੇ ਕਰ ਸਕਦਾ, ਤਾਂ ਉਹਨੂੰ ਕਿਉਂ ਰੋਕਿਆ ਜਾ ਰਿਹਾ? ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਮਾਹੌਲ 'ਚ ਤੁਹਾਡੀ ਕੋਈ ਸੁਣਵਾਈ ਹੋਏਗੀ? ਦੇਖੋ, ਕੋਸ਼ਿਸ਼ ਕਰਨਾ ਤਾਂ ਸਾਡਾ ਫਰਜ਼ ਹੈ ਹਰ ਬੰਦੇ ਦਾ। ਅਗਰ ਅਸੀਂ ਬੋਲਾਂਗੇ ਨਹੀਂ, ਅਗਰ ਅਸੀਂ ਮੰਗਾਂਗੇ ਨਹੀਂ, ਮੰਗੇ ਬਿਨਾਂ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਬੱਚੇ ਨੂੰ, ਇਹ ਕਹਾਵਤ ਹੈ ਇੱਕ, ਠੀਕ ਹੈ। ਅਗਰ ਅਸੀਂ, ਸਾਡਾ ਦਿਲ ਕਰਦਾ, ਅਗਰ ਸਾਡਾ ਦਿਲ, ਸਾਰਾ ਰਮਜ਼ਾਨ ਅਸੀਂ ਇਸੇ ਤਰੀਕੇ ਨਾਲ ਘਰਾਂ ਦੇ ਵਿੱਚ ਬਿਤਾ ਦਿੱਤਾ, ਸਮਝ ਲਓ ਸਾਡੇ ਤਰਾਵੀਏ ਦੀ ਇਬਾਦਤ ਹੈ, ਜਿਹੜੀ ਨਮਾਜ਼ ਅਸੀਂ ਅਦਾ ਕਰਦੇ ਹਾਂ, ਠੀਕ ਹੈ, ਉਹ ਵਿਸ਼ੇਸ਼ ਨਮਾਜ਼ ਹੈ ਤਰਾਵੀ ਦੀ, ਉਹ ਨਹੀਂ ਅਦਾ ਕਰ ਸਕੇ। ਜੁਮੇ ਦੇਖੋ ਕਿੰਨੇ ਬੰਦਿਆਂ ਨੂੰ ਉਹ ਰਹਿੰਦਾ ਵੀ ਹਾਂ ਜੀ, ਜਿਹੜੇ ਲੱਗਦਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੋਏਗਾ ਕਿ? ਬਿਲਕੁਲ, ਦੇਖੋ ਜਿੰਨੀ ਸਾਡੀ ਉਮਰ ਹੈ ਉਸ ਹਿਸਾਬ ਨਾਲ ਤਾਂ ਇਹ ਪਹਿਲੀ ਵਾਰੀ ਹੋਇਆ ਵੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਰੱਬ ਤੋਂ ਮਾफ़ੀ ਮੰਗੀਏ, ਠੀਕ ਹੈ, ਅਸੀਂ ਰੱਬ ਤੋਂ ਤੌਬਾ ਕਰੀਏ ਕਿ ਅੱਲਾ
ਵੀ ਕੀ ਐਸੇ ਸਾਡੇ ਤੋਂ ਗੁਨਾਹ ਹੋ ਗਏ, ਇਨਸਾਨੀਅਤ ਤੋਂ ਲੋਕਾਂ ਤੋਂ ਕੀ ਐਸੇ ਗੁਨਾਹ ਹੋ ਗਏ ਵੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਲਏ। ਔਰ ਸਾਨੂੰ ਆਪਣੇ ਰੱਬ ਨੂੰ ਮਨਾਉਣ ਵਾਸਤੇ ਅਸੀਂ ਤਾਂ ਇਹ ਕਹਿੰਦੇ ਕਿ ਅਗਰ ਇਹਨਾਂ ਇੰਡਸਟਰੀਆਂ ਦੀ ਇਹਨਾਂ ਤੋਂ ਸਭ ਤੋਂ ਪਹਿਲਾਂ ਤਾਂ ਅਗਰ ਇਹਨਾਂ ਨੂੰ ਖੋਲ੍ਹਣਾ ਵੀ ਚਾਹੀਦਾ ਸੀਗਾ ਤਾਂ ਧਾਰਮਿਕ ਸਥਾਨ ਖੋਲ੍ਹਣੇ ਪਰ ਸਭ ਤੋਂ ਪਹਿਲਾਂ ਧਾਰਮਿਕ ਸਥਾਨ ਹੀ ਬੰਦ ਹੋਏ ਨੇ ਮੁਬੀਨ ਸਾਹਿਬ। ਚਲੋ ਇਹ ਤਾਂ ਹੁਣ ਸਰਕਾਰਾਂ ਦੀ ਹੈ ਜਿਹੜੀ ਹੁਣ ਪਾਲਿਸੀ ਹੈ ਜਾਂ ਸੋਚ ਹੈ ਵੀ ਹਾਂਜੀ ਇੱਥੇ ਜਾਣ ਨਾਲ ਕਿਤੇ ਜ਼ਿਆਦਾ ਫੈਲ ਸਕਦਾ। ਇਹ ਉਸ ਤਰੀਕੇ ਨਾਲ ਹਰ ਬੰਦੇ ਦੀ ਹੁਣ ਕੁਝ ਮਾਮਲੇ ਜਿਹੜੇ ਧਾਰਮਿਕ ਸਥਲਾਂ ਨਾਲ ਜੁੜੇ ਹੋਏ ਆਏ ਨੇ ਸਾਹਮਣੇ, ਚਾਹੇ ਮਰਕਜ਼ ਨਾਲ ਆਏ ਸੀਗੇ, ਚਾਹੇ ਉਹ ਆਪਣੇ ਹਜ਼ੂਰ ਸਾਹਿਬ ਨਾਲ ਆਏ ਸੀਗੇ, ਤਾਂ ਉਹ ਕਿੰਨੇ ਕੁ ਮਾਮਲੇ ਸੀਗੇ ਉਹ ਸਾਰੇ ਅੱਲਾ ਨੇ ਠੀਕ ਵੀ ਕਰ ਦਿੱਤੇ, ਸਾਰੇ ਰੱਬ ਨੇ ਦੇਖੋ ਠੀਕ ਕਰ ਦਿੱਤੇ। ਉਹ ਤੋਂ ਇਲਾਵਾ ਜਿਹੜਾ ਲੱਖ ਕੇਸ ਹੋਇਆ ਹੋਇਆ ਕਿ ਉਹ ਧਾਰਮਿਕ ਸਥਲਾਂ ਤੋਂ ਫੈਲਿਆ ਸੀਗਾ ਕਰੋਨਾ। ਇਹ ਕਰੋਨਾ ਹਵਾਈ ਜਹਾਜ਼ ਦੇ ਵਿੱਚ ਬੈਠ ਕੇ ਇੱਥੇ ਇੰਡੀਆ ਦੇ ਵਿੱਚ ਲੈਂਡ ਹੋਇਆ, ਠੀਕ ਹੈ, ਔਰ ਗਰੀਬਾਂ ਦੇ ਵਿੱਚ ਤੁਸੀਂ ਦੇਖੋ ਅਮੀਰਾਂ ਦੀ ਕਹਿੰਦੇ ਬਿਮਾਰੀ ਇਹ ਗਰੀਬਾਂ ਨੂੰ ਖਾ ਗਈ ਹੈ। ਇਹ ਉਹ ਹਾਲਾਤ ਹੋਏ ਨੇ। ਇਹ ਧਾਰਮਿਕ ਸਥਲਾਂ 'ਚ ਥੋੜ੍ਹੀ ਪੈਦਾ ਹੋਇਆ ਕਰੋਨਾ ਬਾਹਰੋਂ ਆਇਆ ਹੋਇਆ। ਇਹ ਅਗਰ ਸਹੀ ਤਰੀਕੇ ਨਾਲ ਉਸੇ ਟਾਈਮ ਜਿਸ ਟਾਈਮ ਇਹ ਉੱਥੇ ਚਾਈਨਾ ਦੇ ਵਿੱਚ ਫੈਲਿਆ ਸੀਗਾ, ਅਗਰ ਸਰਕਾਰਾਂ ਉਸੇ ਟਾਈਮ 에ਅਰਪੋਰਟ ਸੀਲ ਕਰ ਦਿੰਦੀਆਂ ਤਾਂ ਹੋ ਸਕਦਾ ਇੱਥੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਬਚਾਅ ਰਹਿ ਜਾਂਦਾ। ਹੁਣ ਅਸੀਂ ਉਹਨੂੰ ਆਪਣੀਆਂ ਨਾਕਾਮੀਆਂ ਨੂੰ ਅਸੀਂ ਛੁਪਾਈਏ ਔਰ ਅਸੀਂ ਬਲੇਮ ਕਰੀਏ, ਠੀਕ ਹੈ, ਕਿ ਜੀ ਇਹ ਧਾਰਮਿਕ ਸਥਲਾਂ ਤੋਂ ਫੈਲ ਗਿਆ। ਹੁਣ ਮਰਕਜ਼ ਦਾ ਵੀ ਮੈਂ ਕਈ ਵਾਰੀ ਦੱਸ ਚੁੱਕਿਆ ਵੀ ਦਿੱਲੀ ਗਵਰਨਮੈਂਟ ਨੂੰ, ਪੁਲਿਸ ਨੂੰ ਕਿੰਨੀ ਵਾਰੀ ਉਹਨਾਂ ਨੇ ਲੈਟਰ ਲਿਖੇ ਸੀਗੇ ਵੀ ਇੰਨੇ ਬੰਦੇ ਸਾਡੇ ਕੋਲ ਬੈਠੇ ਨੇ, ਇਹਨੂੰ ਘਰੇ ਭੇਜਣ ਦਾ ਇੰਤਜ਼ਾਮ ਕੀਤਾ। ਇਹ ਜਿਹੜੇ ਫੇਲੂਅਰ ਸੀਗੇ ਸਰਕਾਰਾਂ ਦੇ ਜਾਂ ਉੱਥੇ ਐਡਮਿਨਿਸਟ੍ਰੇਸ਼ਨ ਦੇ ਦਿੱਲੀ ਦੇ ਵਿੱਚ ਆਪਣੇ ਲੈਵਲ ਦੇ ਸੀਗੇ ਔਰ ਬਾਅਦ ਦੇ ਵਿੱਚੋਂ ਮੜ ਦਿੱਤਾ ਮਰਕਜ਼ ਦੇ ਨਾਮ। ਮੁਬੀਨ ਸਾਹਿਬ ਤੁਸੀਂ ਤਾਂ ਗੱਲ ਕਰ ਰਹੇ ਹੋ ਕਿ ਜਿਹੜੀ ਸਾਡੇ ਲਈ ਮਸਜਿਦਾਂ ਖੋਲ੍ਹੀਆਂ ਜਾਣ, ਪਰ ਜਿਹੜੇ ਧਾਰਮਿਕ ਆਗੂ ਨੇ ਉਹ ਤਾਂ ਵੀਡੀਓ ਪਾ ਕੇ ਕਹਿ ਰਹੇ ਨੇ ਤੁਹਾਨੂੰ ਨਮਾਜ਼ ਦਾ ਤਰੀਕਾ ਘਰਾਂ 'ਚ ਦੱਸ ਰਹੇ ਨੇ ਕਿ ਘਰਾਂ 'ਚ ਕਿਵੇਂ ਪੜ੍ਹੀ ਜਾਵੇ। ਫਿਰ ਦੇਖੋ ਹੁਣ ਜਿਵੇਂ ਮੈਂ ਆਪਣੇ ਧਾਰਮਿਕ ਆਗੂਆਂ ਦੇ ਨਹੀਂ, ਮੈਂ ਜਿੱਦਾਂ ਹੁਣ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਵੀ ਮੈਨੇ ਸੁਣੀ ਹੈ ਜਿਹੜੀ ਵਾਈਟ ਸੀਗੀ, ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸਾਰੇ ਗੁਰਦੁਆਰਾ ਸਾਹਿਬ ਨੂੰ ਓਪਨ ਕੀਤਾ ਜਾਵੇ। ਹੋਰ ਵੀ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ। ਔਰ ਚਲੋ ਕਈ ਵਾਰੀ ਬੰਦੇ ਜਿਵੇਂ ਹੁਣ ਸਾਡੇ ਵੀ ਮੁਸਲਿਮਸ ਨੂੰ ਜਲਦੀ ਟਾਰਗੇਟ ਕੀਤਾ ਜਾਂਦਾ, ਠੀਕ ਹੈ, ਗੋਦੀ ਮੀਡੀਆ ਵੱਲੋਂ ਜਾਂ ਕੁਝ ਗੰਦੀ ਜ਼ਹਿਨੀਅਤ ਦੇ ਲੋਕਾਂ ਵੱਲੋਂ। ਇਹ ਸੋਚ ਕੇ ਸਾਡੇ ਉਲਮਾ ਹਜ਼ਰਾਤ ਨੇ ਕੋਈ ਐਸਾ ਫੈਸਲਾ ਲਿਆ ਹੋਣਾ ਕਿ ਹਾਂਜੀ ਕਿ ਇਹਦੇ ਨਾਲ ਕਿਤੇ ਅਗਰ ਕੋਈ ਐਸੀ ਰੱਬ ਨਾ ਕਰੇ ਕੋਈ ਐਸੀ ਗੱਲ ਹੋਗੀ ਤਾਂ ਕੱਲ੍ਹ ਨੂੰ ਕੋਈ ਹੋਣਾ ਹੋਵੇ। ਮਗਰ ਮੇਰੇ ਖਿਆਲ ਨਾਲ ਦੇਖੋ ਕਿਸੇ ਤੋਂ ਸਾਨੂੰ ਸਹੀ ਮੁਸਲਮਾਨੋ ਕਿਸੇ ਤੋਂ ਐਸੀਆਂ ਗੱਲਾਂ ਤੋਂ ਡਰਨ ਦੀ ਆਪਾਂ ਨੂੰ ਲੋੜ ਨਹੀਂ ਹੈ, ਕਿਉਂਕਿ ਬਦਨਾਮ ਤਾਂ ਬਿਨਾਂ ਗੱਲ ਤੋਂ ਜਿਸ ਟਾਈਮ ਕਰੋਨਾ ਨਹੀਂ ਸੀਗਾ ਤੁਸੀਂ ਮੌਬ ਲਿੰਚਿੰਗ ਰਾਹੀਂ ਜਾਂ ਕਿਸੇ ਰਾਹੀਂ ਜਾਂ ਕਦੇ ਲਵ ਜਿਹਾਦ ਕਦੇ ਵਟਐਵਰ 3 ਤਲਾਕ ਕਿਵੇਂ ਨਹੀਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ। ਤਾਂ ਇਹ ਅਗਰ ਅਸੀਂ ਬਦਨਾਮੀਆਂ ਤੋਂ ਜਾਂ ਇਹਨਾਂ ਦੀ ਅਸੀਂ ਉਹਨਾਂ ਤੋਂ ਗਿੱਦੜ ਪੱਕੀਆਂ ਤੋਂ ਡਰ ਕੇ ਅਸੀਂ ਆਪਣੇ ਧਰਮ ਦੇ ਉੱਪਰ ਹੀ ਨਾ ਸਹੀ ਤਰੀਕੇ ਨਾਲ ਚੱਲ ਸਕੇ ਤਾਂ ਮੈਨੂੰ ਲੱਗਦਾ ਕਿ ਸਹੀ ਨਹੀਂ ਹੋਏਗਾ। ਤੇ ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਲੈਵਲ ਦੇ ਉੱਤੇ ਕਿਸੇ ਨਾਲ ਤੁਹਾਡੀ ਗੱਲ ਹੋਈ ਹੈ ਜਾਂ ਕੋਈ ਹੋਰ ਤੁਸੀਂ ਅਗਰ ਤੁਹਾਡੀ ਕਿਸੇ ਪਾਸੇ ਸੁਣਵਾਈ ਹੋਈ ਹੈ, ਕਿਸੇ ਨਾਲ ਗੱਲ ਹੋਈ ਹੈ ਤੁਹਾਡੀ, ਕੀ ਰਿਸਪੌਂਸ ਰਿਹਾ ਐਡਮਿਨਿਸਟ੍ਰੇਸ਼ਨ ਦਾ, ਕੋਈ ਗੱਲ ਹੋਈ ਤੁਹਾਡੀ? ਮੈਂ ਸੀਐਮ ਸਾਹਿਬ ਨੂੰ ਇੱਕ ਈਮੇਲ ਭੇਜੀ ਸੀਗੀ, ਇਹਦੇ ਬਾਰੇ ਰਿਕੁਐਸਟ ਕੀਤੀ ਸੀਗੀ, ਉਹਦੇ ਬਾਅਦ ਉਹ ਫਾਰਵਰਡ ਹੋਈ ਹੈ। ਗੁਰਦੁਆਰਿਆਂ ਦਾ ਵੀ ਜ਼ਿਕਰ ਕੀਤਾ ਹੈ ਤੁਸੀਂ ਵਿੱਚ? ਨਹੀਂ, ਉਹਦੇ ਜਿਹੜੀ ਸੀਗੀ ਉਹ ਸਪੈਸੀਫਿਕਲੀ ਮੈਨੇ ਈਦ ਦੀ ਨਮਾਜ਼ ਵਾਸਤੇ ਸਿਰਫ ਉਹ ਮੈਨੇ ਭੇਜੀ ਸੀਗੀ। ਉਹਦੇ ਵਿੱਚ ਫਿਲਹਾਲ ਜਿਹੜੀ ਹੈਗੀ ਹੈ ਉਹ ਫਾਰਵਰਡ ਹੋਈ ਸੀਗੀ ਐਡੀਸ਼ਨਲ ਸੈਕਟਰੀ ਹੋਮ ਜੀ ਨੂੰ, ਉਹ ਤੋਂ ਅੱਗੇ ਫਾਰਵਰਡ ਹੋਈ ਹੈ। ਹੁਣ ਉਹ ਠੀਕ ਹੈ ਤੇ ਦੇਖਦੇ ਹਾਂ ਉਹਦੇ 'ਤੇ ਕੀ ਹੋ ਚੱਲ ਰਿਹਾ ਇਹਦੇ ਰਿਗਾਰਡਿੰਗ ਕਿ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ, ਚਰਚ, ਇਹਦੇ ਬਾਰੇ ਹੁਣੇ ਅਸੀਂ ਮੂਵ ਕਰ ਰਹੇ ਹਾਂ ਚੰਡੀਗੜ੍ਹ ਹਾਈ ਕੋਰਟ। ਇਨਸ਼ਾਅੱਲਾ ਅਗਰ ਹੋ ਸਕਦੀ ਹੋਈ ਪੋਸੀਬਿਲਿਟੀ ਤਾਂ ਈਦ ਤੋਂ ਪਹਿਲਾਂ ਅਸੀਂ ਇਹ ਇੱਕ PIL ਫਾਈਲ ਕਰਕੇ ਉਹਦੇ ਵਿੱਚ ਅਸੀਂ ਮੁਤਾਲਬਾ ਕਰਾਂਗੇ ਸਾਰੇ ਧਾਰਮਿਕ ਸਥਾਨ। ਉਹਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਹੁਣ ਦੱਸੀਆਂ ਨੇ ਇਹਦੇ 'ਤੇ ਕਿ ਸਾਰੀਆਂ ਅਸੀਂ ਦਲੀਲਾਂ ਉੱਥੇ ਰੱਖਾਂਗੇ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਕਿ ਜਦੋਂ ਸਾਰਾ ਕੁਝ ਓਪਨ ਹੋ ਸਕਦਾ ਤਾਂ ਇਕੱਲੇ ਧਾਰਮਿਕ ਸਥਲਾਂ ਦੇ ਉੱਪਰ ਹੀ ਓਬਜੈਕਸ਼ਨ ਕਿਉਂ ਹੈ। ਔਰ ਅਗਰ ਉੱਥੇ ਹਦਾਇਤਾਂ ਜਾਰੀ ਕਰਕੇ ਅਗਰ ਪਬਲਿਕ ਟਰਾਂਸਪੋਰਟ ਜਿੱਥੇ ਸਭ ਤੋਂ ਜ਼ਿਆਦਾ ਖਤਰਾ ਹੈ, ਠੀਕ ਹੈ, ਟ੍ਰੇਨਾਂ ਵਗੈਰਾ ਜਾਂ ਬੱਸਿਸ ਵਗੈਰਾ ਅਗਰ ਉਹ ਖੁੱਲ੍ਹ ਸਕਦੀਆਂ ਨੇ ਤਾਂ ਧਾਰਮਿਕ ਸਥਲਾਂ ਦੇ ਉੱਪਰ ਵੀ ਸੇਮ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਇੰਪੋਜ਼ ਕਰਕੇ ਉਹ ਤੋਂ ਬਾਅਦ ਉਹਨਾਂ ਨੂੰ ਖੋਲ੍ਹਿਆ ਜਾ ਸਕਦਾ। ਸਾਹਿਬ ਇੱਕ ਹੋਰ ਵੱਡਾ ਸਵਾਲ ਇੱਥੇ ਹੈ ਕਿ ਜਦੋਂ ਈਦ ਦੀ ਨਮਾਜ਼ ਲਈ ਮਸਜਿਦਾਂ ਖੋਲ੍ਹੀਆਂ ਜਾਣਗੀਆਂ ਤਾਂ ਭੀੜ ਹੋਣ ਦੀ ਪੂਰੀ ਸੰਭਾਵਨਾ ਹੈ। ਅਗਰ ਕੁਝ ਇਦਾਂ ਦਾ ਮਾਮਲਾ ਆਉਂਦਾ ਫਿਰ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਦੇਖੋ ਮੇਰਾ ਮੁਤਾਲਬਾ ਕੀ ਸੀਗਾ ਵੀ ਸਭ ਤੋਂ ਪਹਿਲਾਂ ਤਾਂ ਈਦਗਾਹ ਦੇ ਵਿੱਚ ਅਗਰ ਹੋ ਸਕੇ, ਈਦਗਾਹ ਦੇ ਵਿੱਚ ਪੋਸੀਬਿਲਿਟੀ ਨਹੀਂ ਕਿਉਂਕਿ ਉੱਥੇ ਇਕੱਠ ਬਹੁਤ ਜ਼ਿਆਦਾ ਹੋ ਜਾਣਾ। ਉਸ ਤੋਂ ਬਾਅਦ ਹੁਣ ਜਿਵੇਂ ਮੁਹੱਲਾ ਔਰ ਪਿੰਡ ਦੀਆਂ ਜਿਹੜੀਆਂ ਮਸਜਿਦਾਂ ਨੇ ਉੱਥੇ ਦੇਖੋ ਕਿੰਨੇ ਕੁ ਮੁਸਲਮਾਨ ਅਲੱਗ-ਅਲੱਗ ਏਰੀਆ ਦੇ ਵਿੱਚ ਆਪਾਂ ਲਾ ਲਈਏ ਤਾਂ ਅਗਰ ਜਿੱਥੇ 100 ਮਸਜਿਦ ਆ ਹਰ ਏਰੀਏ ਦੇ ਵਿੱਚ
ਅਗਰ ਸਮਝ ਲਓ 2000 ਬੰਦਾ ਵੀ ਹੈ ਤਾਂ ਉਹਦੇ 'ਚ ਦੇਖੋ ਨਮਾਜ਼ ਪੜ੍ਹਨ ਕਿੰਨੇ ਬੰਦੇ ਆਉਂਦੇ ਨੇ, ਔਰ ਅਗਰ ਆਉਂਦੇ ਨੇ ਤਾਂ ਉਹਨਾਂ ਨੂੰ 2 ਜਾਂ 3 ਸ਼ਿਫਟਾਂ ਦੇ ਵਿੱਚ ਪੂਰੀ ਉੱਥੇ ਇਹਤਿਆਤ ਰੱਖ ਕੇ ਮਾਰਕਿੰਗ ਕਰਕੇ ਉੱਥੇ ਅੰਦਰ ਸਫਾਂ ਦੇ ਵਿੱਚ ਵੀ ਅਗਰ ਤੁਸੀਂ 1 ਮੀਟਰ ਦਾ ਉੱਥੇ ਚਾਹੁੰਦੇ ਹੋ ਕਿ ਡਿਸਟੈਂਸ ਹੋਵੇ ਤਾਂ ਉਹ ਰੱਖ ਕੇ ਉਸ ਤਰੀਕੇ ਦੇ ਨਾਲ ਵੀ ਨਮਾਜ਼ ਅਦਾ ਹੋ ਸਕਦੀ ਹੈ। 2 ਜਾਂ 3 ਜਾਂ 4 5 ਜਿੰਨੇ ਵੀ ਸ਼ਿਫਟਾਂ ਉਨੇ ਹੀ ਬੰਦੇ ਅੰਦਰ ਵਾੜੇ ਜਾਣ, ਚਾਹੇ ਜਿੰਨੇ ਬੰਦੇ ਅੰਦਰ ਜਿੰਨੇ ਦੀ ਜਗ੍ਹਾ ਹੋਵੇ। ਉਹਨਾਂ ਨੂੰ ਬਾਕੀਆਂ ਨੂੰ ਕਹਿ ਦਿਓ ਵੀ ਤੁਸੀਂ ਇੰਨੇ ਵਜੇ ਆ ਜਾਓ ਯਾਰ, ਅੱਧੇ ਘੰਟੇ ਬਾਅਦ ਹੋਰ ਆ ਜਾਓ, ਦੁਬਾਰਾ ਆ ਸਕਦੇ ਨੇ। ਜਿਹਨੇ ਪੜ੍ਹਨਾ, ਜਿਹਨੇ ਦਿਲੋਂ, ਜਿਹਦਾ ਦਿਲ ਕਰਦਾ ਕਿ ਹਾਂ ਜੀ ਵੀ ਮੈਂ ਇਬਾਦਤ ਕਰਾਂ, ਵੀ ਮੈਂ ਆਪਣੇ ਰੋਜ਼ੇ ਰੱਖੇ ਨੇ, ਉਹਨਾਂ ਦਾ ਇਨਾਮ ਮੰਗਾ ਰੱਬ ਕੋਲੋਂ। ਹਰ ਬੰਦਾ ਚਾਹੂਗਾ, ਮੈਂ ਕਹਿੰਦਾ ਕੋਈ ਮੁਸਲਮਾਨ ਐਸਾ ਨਹੀਂ ਹੋਣਾ ਜਿਹੜਾ ਨਹੀਂ ਚਾਹੂਗਾ ਕਿ ਮੈਂ ਈਦ ਦੀ ਨਮਾਜ਼ ਵੀ। ਇੰਨੇ ਵੱਡੇ ਪੱਧਰ ਤੇ ਮਾਸਕ ਤੇ ਜਿਹੜੇ ਗਲਵਜ਼ ਨੇ ਅਵੇਲੇਬਲ ਹੋ ਸਕਦੇ ਨੇ? ਦੇਖੋ ਜਿੰਨੀ ਕੋਸ਼ਿਸ਼ ਸਾਡੇ ਵੱਲੋਂ ਹੋਊਗੀ, ਅਸੀਂ ਆਪਣੇ ਏਰੀਆਜ਼ ਦੇ ਵਿੱਚ ਜਾਂ ਹੋਰ ਜਿੰਨਾ ਅਸੀਂ ਕਰ ਸਕਦੇ ਹੋਵਾਂਗੇ ਅਸੀਂ ਵੀ ਕੋਸ਼ਿਸ਼ ਕਰਾਂਗੇ। ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਾਂਗੇ। ਮੇਰੇ ਕੋਲੇ ਬਲਕਿ ਕੱਲ ਇੱਕ ਆਪਣੇ ਇੱਥੇ ਡਾਕਟਰ ਨੇ, ਮੇਰੇ ਨਾਨ ਮੁਸਲਿਮ ਫਰੈਂਡ ਨੇ ਡਾਕਟਰ ਸੌਰਵ ਕਪੂਰ, ਉਹਨਾਂ ਦਾ ਵੀ ਬਲਕਿ ਮੈਨੂੰ ਮੈਸੇਜ ਵੀ ਆਇਆ ਹੋਇਆ ਵੀ ਅਗਰ ਕੋਈ ਤੁਹਾਨੂੰ ਈਦ ਦੀ ਨਮਾਜ਼ ਅਦਾ ਕਰਨ ਵਾਸਤੇ, ਅਗਰ ਤੁਹਾਨੂੰ ਸਾਡੇ ਕਿਸੇ ਸਾਥ ਦੀ ਜ਼ਰੂਰਤ ਹੈ ਅਰੇਂਜਮੈਂਟ ਵਾਸਤੇ ਜਾਂ ਕੋਈ ਵੀ ਚੀਜ਼ ਠੀਕ ਹੈ ਅਵੇਲੇਬਲ ਅਗਰ ਕਰਵਾਉਣੀ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਦੱਸਿਓ। ਤਾਂ ਦੇਖੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਸਾਡੇ ਹਿੰਦੂ ਭਾਈਚਾਰੇ ਦਾ ਵੀ, ਸਿੱਖ ਭਾਈਚਾਰੇ ਦਾ ਵੀ, ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਉਹ ਤਿਆਰ ਨੇ ਕਿ ਅਸੀਂ ਅਗਰ ਈਦ ਦੀ ਨਮਾਜ਼ ਇਸ ਤਰੀਕੇ ਨਾਲ ਤੁਹਾਨੂੰ ਇਜਾਜ਼ਤ ਮਿਲਦੀ ਹੈ ਤਾਂ ਉਹ ਦੂਸਰੇ ਭਾਈਚਾਰੇ ਵੀ ਸਾਡੇ ਇਸ ਦੇ ਵਿੱਚ ਹੈਲਪ ਕਰਨ ਦੀ, ਮਾਸਕ ਚਾਹੇ ਕਿਸੇ ਤਰੀਕੇ ਨਾਲ, ਚਾਹੇ ਹੋਰ, ਚਾਹੇ ਸੈਨੀਟਾਈਜ਼ ਕਰਨ ਵਾਸਤੇ ਮਸਜਿਦਾਂ ਨੂੰ, ਉਹ ਵੀ ਸਾਡੇ ਨਾਲ ਤਿਆਰ ਖੜੇ ਨੇ। ਸੋ ਹਾਲਾਤਾਂ ਦੇ ਮੱਦੇਨਜ਼ਰ ਜੋ ਵੀ ਫੈਸਲਾ ਸਰਕਾਰ ਲੈ ਸਕਦੀ ਹੈ, ਪਰ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਅਦਾਲਤ ਦਾ ਵੀ ਦਰਵਾਜ਼ਾ ਖੜਕਾਓਗੇ। ਹਾਂਜੀ ਹਾਂ, ਹੁਣ ਅਸੀਂ ਇਨਸ਼ਾਅੱਲਾ ਜਾ ਰਹੇ ਹਾਂ ਹਾਈ ਕੋਰਟ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਨਸ਼ਾਅੱਲਾ ਅਸੀਂ PIL ਇੱਕ ਫਾਈਲ ਕਰਕੇ ਕੋਸ਼ਿਸ਼ ਕਰਕੇ ਦੇਖਾਂਗੇ। ਦੇਖੋ ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ, ਅੱਗੇ ਅੱਲਾ ਦੇ ਹੱਥ ਦੇ ਵਿੱਚ ਹੈ ਕਿ ਅਗਰ ਉਹ ਚਾਹੇਗਾ ਕਿ ਹਾਂ ਵੀ ਲੋਕ ਉਹਦੇ ਸਾਹਮਣੇ ਸਜਦਾ ਕਰਨ ਜਾ ਕੇ, ਠੀਕ ਹੈ, ਅੱਲਾਹ ਤਾਲਾ ਦੇ ਮਸਜਿਦਾਂ ਵੀ, ਅੱਲਾਹ ਦੇ ਘਰ ਦੇ ਵਿੱਚ ਜਾ ਕੇ ਸਜਦਾ ਕਰਨ ਅੱਲਾਹ ਨੂੰ, ਅੱਲਾਹ ਕਰੋ ਰੋ ਰੋ ਕੇ ਦੁਆ। ਅਗਰ ਦੇਖੋ ਅੱਲਾਹ ਤਾਲਾ ਨਹੀਂ ਚਾਹਣਗੇ ਜਾਂ ਸਾਡੇ ਹੀ ਗੁਨਾਹਾਂ ਦੀ, ਮੈਂ ਤਾਂ ਕਹਾਂਗਾ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਅੱਲਾਹ ਤੌਬਾ ਕਰਨੀ ਚਾਹੀਦੀ ਹੈ ਕਿ ਸਾਡੇ ਕੋਲੋਂ ਪਤਾ ਨਹੀਂ ਐਸੇ ਕੀ ਗੁਨਾਹ ਹੋਏ ਨੇ ਕਿ ਸਾਰੇ ਧਾਰਮਿਕ ਸਥਾਨ ਹੀ ਰੱਬ ਨੇ ਸਾਡੇ ਕੋਲ ਬੰਦ ਕੀਤੇ ਹੋਏ ਨੇ। ਔਰ ਸਾਡੀ ਤਾਂ ਇਹੀ ਗੁਜ਼ਾਰਿਸ਼ ਹੈ, ਦੁਆ ਵੀ ਹੈ ਸਾਡੀ ਅੱਲਾਹ ਤਾਲਾ ਤੋਂ ਕਿ ਅੱਲਾਹ ਸਾਡੀ ਦੁਆ ਨੂੰ ਕਬੂਲ ਕਰੇ ਔਰ ਸਾਨੂੰ ਮੌਕਾ ਮਿਲੇ ਇਬਾਦਤ ਕਰਨ ਦਾ, ਉਹਦੇ ਸਾਹਮਣੇ ਸਜਦਾਰੀ ਹੋਣ ਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਮੁਸਲਿਮ ਫੈਡਰੇਸ਼ਨ ਦੇ ਪ੍ਰਧਾਨ ਮੁਬੀਨ ਫਾਰੂਕੀ, ਜਿਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਵੇਲਾ ਆ ਗਿਆ ਜਦੋਂ ਸਾਨੂੰ ਧਾਰਮਿਕ ਸਥਾਨ ਖੋਲ੍ਹਣੇ ਚਾਹੀਦੇ ਨੇ, ਚਾਹੇ ਗੁਰਦੁਆਰਾ ਹੋਵੇ, ਮੰਦਿਰ ਹੋਵੇ, ਮਸਜਿਦ ਹੋਵੇ, ਚਰਚ ਹੋਵੇ। ਖਾਸ ਕਰਕੇ ਉਹਨਾਂ ਨੇ ਈਦ ਮੌਕੇ ਇਹ ਮੰਗ ਕੀਤੀ ਹੈ ਕਿ ਮੁਸਲਿਮ ਭਾਈਚਾਰੇ ਨੂੰ ਵਿਸ਼ੇਸ਼ ਹਦਾਇਤਾਂ ਰਾਹੀਂ, ਵਿਸ਼ੇਸ਼ ਪ੍ਰਬੰਧਾਂ ਰਾਹੀਂ ਈਦ ਦੀ ਜਿਹੜੀ ਨਮਾਜ਼ ਹੈ ਉਹ ਮਸਜਿਦਾਂ ਦੇ ਵਿੱਚ ਅਦਾ ਕਰਨ ਦਾ ਮੌਕਾ ਦਿੱਤਾ ਜਾਵੇ। ਮਲੇਰਕੋਟਲਾ ਤੋਂ ਗੌਰਵ ਖੁੱਲਰ ਦੇ ਨਾਲ ਕਾਸਿਫ ਫਾਰੂਕੀ, ਹਕੀਕਤ TV ਪੰਜਾਬੀ।